बट प्राइमा फेसी क्योंकि ये पब्लिक मनी सीगा और टैक्स मनी सी लोगों का जिहड़ा इन्वॉल्व सीगा ਉਹਦੇ 'ਚ मैं ये दसना चाहनी हाँ कि सानू प्राइमा फेसी लग रहा है कि रूल्स एंड रेगूलेशनस दी काफ़ी धज्जियां उड़ाईयां गईयां। जिन्ना दिनों तो इस इंक्वायरी नूं मैं कर रही हाँ उन्होंने दिनों तो ही मैनू ये संबंधी प्रैशराइज किया जा रहा है, मैनू थ्रेट्स आ रहे हैं भी तुसीं इहनूं बंद कर दो, इंक्वायरी नूं तुसीं इस तरह कर दो, उस तरह कर दो। मैं सिर्फ इन्ना ही जानती हाँ कि मैनू मेरे मंत्री साहब ने कुछ काम दिता है जिन्हों कि मैं पूरी ईमानदारी और डेडिकेशन के नाल कर रही हाँ, पर कुछ शरारती अंसर ने जो ये नहीं चाहते कि नवदीप कौर वालों ये इंक्वायरी जी हैगी है किसी सिरे ते लगाई जाए। जे ये इंक्वायरी वधिया तरीके दे नाल फेयर एंड ट्रांसपेरेंट तरीके दे नाल मुकम्मल हो जाती है तो यकीनन ये कुछ वड्डे खुलासे जरूर होणगे, तां ही शायद इन्ना जोर लग रहा है कि इंक्वायरी किसी सिरे ना। ਲੁਧਿਆਣਾ ਦੇ 6 ਪਿੰਡਾਂ ਦੀ ਇਨਕੁਆਰੀ ਦਾ ਮਸਲਾ ਭਖਦਾ ਜਾ ਰਿਹਾ ਹੈ। ਇੱਥੇ ਵੀ ਦੱਸ ਦਈਏ ਕਿ 100 ਕਰੋੜ ਰੁਪਏ ਦੀ ਹੇਰ-ਫੇਰ ਮਾਮਲੇ ਦੇ ਵਿੱਚ 6 ਪਿੰਡਾਂ ਦੀਆਂ ਪੰਚਾਇਤਾਂ ਦੀ ਇਨਕੁਆਰੀ ਡੀਡੀਪੀਓ ਨਵਦੀਪ ਕੌਰ ਦੇ ਹੱਥ ਦਿੱਤੀ ਸੀ, ਪਰ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ। ਤਾਂ ਇਸੇ ਮੁੱਦੇ ਨੂੰ ਲੈ ਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੈਮ, ਆਖਿਰ ਮਸਲਾ ਕੀ ਸੀਗਾ 100 ਕਰੋੜ ਦੀ ਇਨਕੁਆਰੀ ਦਾ? ਉਸੇ ਦੇ ਚੱਲਦਿਆਂ ਤੁਹਾਡੇ ਤੇ ਵੀ ਇਲਜ਼ਾਮ ਕਿ ਤੁਸੀਂ ਵੀ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵ ਹੋ। ਇੱਥੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਦੇ ਧਿਆਨ 'ਚ ਆਇਆ ਕਿ ਜੋ ਬਲਾਕ ਲੁਧਿਆਣਾ 2 ਦੀਆਂ 6 ਪੰਚਾਇਤਾਂ ਸੀਗੀਆਂ ਉਹਨਾਂ ਦੇ ਵਿੱਚ ਐਕੁਜੀਸ਼ਨ ਦਾ ਕੁਝ ਕਰੀਬ 250 ਕਰੋੜ ਤੋਂ ਪਲੱਸ ਜਿਹੜੇ ਪੈਸੇ ਉਹਨਾਂ ਨੂੰ ਮਿਲੇ ਸੀਗੇ ਵੀ ਉਸ ਪੈਸੇ ਦੇ ਵਿੱਚ ਘਪਲੇ ਹੋਏ ਨੇ। ਉਹਨਾਂ ਨੂੰ ਸ਼ੰਕਾ ਸੀਗੀ, ਉਹਨਾਂ ਤੱਕ ਕੁਝ ਇਨਪੁਟਸ ਗਈਆਂ ਸੀਗੀਆਂ ਜਿਹਦੇ ਚੱਲਦੇ ਉਹਨਾਂ ਨੇ ਡਿਪਾਰਟਮੈਂਟ ਰਾਹੀਂ ਮੈਨੂੰ ਬਤੌਰ ਡੀਡੀਪੀਓ ਲੁਧਿਆਣਾ ਇਹ ਇਨਕੁਆਇਰੀ ਮੰਗ ਕਰਕੇ ਤੇ ਡਾਟਾ ਮੰਗਿਆ ਹੈਗਾ ਵੀ ਇਹਦੀ ਜਾਂਚ ਕਰਕੇ ਦੱਸਿਆ ਜਾਵੇ ਕਿ ਕੀ ਇਹ ਪੈਸਾ ਵਾਕਈ ਹੀ ਗਲਤ ਤਰੀਕੇ ਨਾਲ ਖਰਚਿਆ ਗਿਆ ਹੈ ਜਾਂ ਨਹੀਂ। ਤੇ ਇਹ ਸਹੀ ਹੈ ਕਿ ਪਿਛਲੇ ਕਰੀਬ 15 ਕੁ ਦਿਨਾਂ ਤੋਂ ਅਸੀਂ ਇਸ ਇਨਕੁਆਇਰੀ ਨੂੰ ਕਰ ਰਹੇ ਹਾਂ, ਜਿਹਦੇ ਵਿੱਚ ਕਿ ਅਸੀਂ ਬਾਰ-ਬਾਰ ਵੀਡੀਓ ਲੁਧਿਆਣਾ 2 ਉਹਨਾਂ ਤੋਂ ਰਿਕਾਰਡ ਮੰਗੇ ਨੇ। ਇੱਕਾ ਦੁੱਕਾ ਪੰਚਾਇਤਾਂ ਨੂੰ ਛੱਡ ਕੇ ਮੋਸਟਲੀ ਸਾਡੇ ਕੋਲ ਰਿਕਾਰਡ ਜਿਹੜੇ ਨਾ ਦਫ਼ਤਰੀ ਤੇ ਨਾ ਹੀ ਪੰਚਾਇਤਾਂ ਦੇ ਸਾਡੇ ਕੋਲ ਨਹੀਂ ਲਿਆਂਦੇ ਜਾ ਰਹੇ ਇੰਟੈਂਸ਼ਨਲੀ, ਤੇ ਉਸ ਦੇ ਚੱਲਦੇ ਹੀ ਇਹ ਜਿਹੜੇ ਸਰਚ ਵਾਰੰਟਸ ਨੇ ਸਾਨੂੰ ਮਜਬੂਰਨ ਜਾਰੀ ਕਰਵਾਉਣੇ ਪਏ ਕੰਸਰਨ ਸੈਕਟਰੀਜ਼ ਦੇ, ਤੇ ਉਹ ਸਰਚ ਵਾਰੰਟ ਜਾਰੀ ਕਰਵਾਇਆ ਨੂੰ ਵੀ ਕਰੀਬ ਮੇਰੇ ਖਿਆਲ ਨਾਲ 12 ਤੋਂ 15 ਦਿਨ ਹੋ ਚੁੱਕੇ ਨੇ, ਪਰ ਹਜੇ ਤੱਕ ਵੀ ਉਹ ਕੰਪਲੀਟ ਰਿਕਾਰਡ ਸਾਡੇ ਕੋਲ ਪਹੁੰਚੇ ਨਹੀਂ ਹੈਗੇ। ਜੀ ਮੈਮ, ਆਖਿਰ ਇਸ ਦੇ ਵਿੱਚ ਕਿਹੜੀਆਂ ਖਾਮੀਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਤੁਹਾਨੂੰ, ਕਿਉਂਕਿ ਤੁਸੀਂ ਇਨਕੁਆਇਰੀ ਕਰ ਰਹੇ ਹੋ, ਕਿਹੜੇ ਅਧਿਕਾਰੀਆਂ ਦੀ ਇਨਵੋਲਵਮੈਂਟ ਹੈਗੀ ਆ? ਕਿ ਤੁਸੀਂ ਇਹ ਵੀ ਜ਼ਿਕਰ ਕਰ ਰਹੇ ਸੀ ਕਿ ਇਸ ਦੇ ਵਿੱਚ ਤੁਹਾਨੂੰ ਥ੍ਰੈਟਸ ਕਾਲਸ ਵੀ ਜਿਹੜੀਆਂ ਆ ਰਹੀਆਂ ਨੇ? ਕਿਉਂਕਿ ਇਹ ਇਨਕੁਆਇਰੀ ਹਜੇ ਫਾਈਨਲਾਈਜ਼ ਨਹੀਂ ਹੋਈ ਹੈ ਮੇਰੇ ਸੀਨੀਅਰ ਆਫਿਸਰਸ ਵੱਲੋਂ, ਤਾਂ ਮੈਂ ਬਤੌਰ ਡੀਡੀਪੀਓ ਲੁਧਿਆਣਾ ਇੱਕ ਬੀਇੰਗ ਐਨ ਅਫੀਸ਼ੀਅਲ ਮੈਂ ਬਹੁਤ ਜ਼ਿਆਦਾ ਡਿਟੇਲਸ ਮੀਡੀਆ ਦੇ ਵਿੱਚ ਨਹੀਂ ਦੱਸ ਸਕਦੀ। ਇਹ ਮੇਰੇ ਸੀਨੀਅਰਸ ਦੇਖਣਗੇ ਵੀ ਉਹਨਾਂ ਨੇ ਕਿੰਨਾ ਕੁ ਡਿਟੇਲਸ ਜਿਹੜੀਆਂ ਨੇ ਮੀਡੀਆ 'ਚ ਲੈ ਕੇ ਆਉਣੀਆਂ ਨੇ। ਬਟ ਪ੍ਰਾਈਮਾ ਫੇਸੀ ਕਿਉਂਕਿ ਇਹ ਪਬਲਿਕ ਮਨੀ ਸੀਗਾ ਔਰ ਟੈਕਸ ਮਨੀ ਸੀ ਲੋਕਾਂ ਦਾ ਜਿਹੜਾ ਇਨਵੋਲਵਡ ਸੀਗਾ, ਉਹਦੇ 'ਚ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਪ੍ਰਾਈਮਾ ਫੇਸੀ ਇਹ ਲੱਗ ਰਿਹਾ ਹੈਗਾ ਕਿ ਰੂਲਸ ਐਂਡ ਰੈਗੂਲੇਸ਼ਨਸ ਦੀਆਂ ਕਾफ़ੀ ਧੱਜੀਆਂ ਉਡਾਈਆਂ ਗਈਆਂ ਨੇ ਔਰ ਵੱਡੇ ਪੱਧਰ 'ਤੇ ਪੇਮੈਂਟਾਂ ਕੀਤੀਆਂ ਗਈਆਂ ਨੇ, ਸੈਲਫ ਦੀਆਂ ਪੇਮੈਂਟਾਂ ਜੋ ਕਿ ਸਾਡੇ ਬਿਲਕੁਲ ਹੀ ਮਨਾਹੀ ਹੈਗੀ ਹੈ। ਔਰ ਇੱਕ ਕੇਸ 'ਚ ਚਲੋ ਮੈਂ ਜੇ ਸ਼ੇਅਰ ਕਰਾਂ ਤਾਂ ਇੱਕ ਦਿਨ ਦੇ ਵਿੱਚ ਹੀ 40 ਲੱਖ ਦੇ ਕਰੀਬ ਵੀ ਪੈਸਾ ਜਿਹੜਾ ਹੈਗਾ ਉਹ ਕਢਾਇਆ ਗਿਆ। ਸੋ ਵੱਡੇ ਪੱਧਰ 'ਤੇ ਇੰਬੈਜ਼ਲਮੈਂਟ ਕੀਤੀ ਗਈ ਹੈਗੀ ਹੈ ਔਰ ਡੈਫੀਨੇਟਲੀ ਚਾਹੇ ਮੇਰੇ ਰਾਹੀਂ ਜਾਂ ਜਿਸ ਦੇ ਰਾਹੀਂ ਵੀ ਮੰਤਰੀ ਸਾਹਿਬ ਇਹ ਯੋਗ ਸਮਝਣ ਇਸ ਪੈਸੇ ਆਏ ਦੀ ਔਰ ਇਹਦੇ ਵਿੱਚ ਜੋ ਖਰਚਾ ਹੋਇਆ ਉਹਦੀ ਜਾਂਚ ਦੀ ਬਿਲਕੁਲ ਜ਼ਰੂਰਤ ਹੈਗੀ ਹੈ ਜੀ। ਮੈਮ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਜੋ ਵੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋਵੇਗਾ, ਚਾਹੇ ਕੋਈ ਅਫਸਰ ਹੈ, ਚਾਹੇ ਕੋਈ ਪੰਚਾਇਤ ਮੈਂਬਰ ਹੈ, ਚਾਹੇ ਕੋਈ ਸਰਪੰਚ ਹੈ, ਉਹ ਕਹਿੰਦੇ ਉਹਦੇ ਖਿਲਾਫ ਕਾਰਵਾਈ ਹੋਊਗੀ। ਪਰ ਤੁਸੀਂ ਇੱਕ ਪਾਰਦਰਸ਼ਿਤਾ ਨਾਲ ਜੇ ਇਨਕੁਆਇਰੀ ਕਰ ਰਹੇ ਹੋ ਤਾਂ ਉਸ ਦੇ ਵਿੱਚ ਕਿਸ ਤਰੀਕੇ ਦੀ ਜਿਹੜਾ ਰੋੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਮੰਤਰੀ ਲਾਲਜੀਤ ਭੁੱਲਰ ਤੁਹਾਡੇ ਨਾਲ ਨੇ, ਪਰ ਦੂਸਰੇ ਪਾਸੇ ਤੁਹਾਡੇ ਤੇ ਜਿਸ ਤਰੀਕੇ ਨਾਲ ਸਵਾਲ ਖੜੇ ਹੋ ਰਹੇ ਨੇ, ਕੰਗਰਾਣਾ ਜਿਹੜੀ FD ਦਾ ਜ਼ਿਕਰ ਵੀ ਵਿੱਚ ਸਾਹਮਣੇ ਆ ਰਿਹਾ, ਉਸ 'ਤੇ ਵੀ ਤੁਹਾਡੇ ਤੇ ਇਲਜ਼ਾਮ ਲੱਗੇ ਨੇ। ਆਖਿਰ ਇਹ ਪੂਰਾ ਮਸਲਾ ਕੀ ਹੈ? ਕਿੱਥੋਂ ਗੇਮ ਜਿਹੜੀ ਹੈ ਸਟਾਰਟ ਹੋਈ? ਤੁਸੀਂ ਬੜਾ ਸਹੀ ਲਿੰਕ ਕਰਕੇ ਮੈਂ ਜੇ ਕਹੂੰਗੀ ਤਾਂ ਸਵਾਲ ਪੁੱਛਿਆ। ਇਹਦੇ 'ਚ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਅੱਜ ਦੀ ਡੇਟ 'ਚ ਮੇਰੇ ਉੱਤੇ ਸਵਾਲ ਕੀਤੇ ਜਾ ਰਹੇ ਨੇ ਜਾਂ ਮੇਰੀ ਪ੍ਰਮੋਸ਼ਨ 'ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਾਂ ਮੇਰੀ ਵਿਜੀਲੈਂਸ ਇਨਕੁਆਇਰੀ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ, ਇਹ ਜਾਣ ਬੁੱਝ ਕੇ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਇਸ ਇਨਕੁਆਇਰੀ ਨੂੰ ਸਹੀ ਢੰਗ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਅਨਸਰ ਹਨ ਜਿਹਦੇ ਵਿੱਚ ਕਿ ਸਾਡੇ ਅਨਫੋਰਚੂਨੇਟਲੀ ਸਾਡੇ ਆਫਿਸਰ ਸਾਡੇ BDO ਸਾਹਿਬਾਨ ਵੀ ਇਨਵੋਲਵਡ ਨੇ, ਅਤੇ ਉਹ ਨਹੀਂ ਚਾਹੁੰਦੇ ਕਿ ਇਹ ਕਿਸੇ ਕੰਡੇ ਬੰਨੇ ਲੱਗੇ, ਸਹੀ ਤਰੀਕੇ ਨਾਲ ਫੇਅਰ ਐਂਡ ਟਰਾਂਸਪੇਰੈਂਟ ਇਨਕੁਆਇਰੀ ਉਹ ਨਹੀਂ ਹੋਣ ਦੇਣਾ ਚਾਹੁੰਦੇ। ਇਸ ਦੇ ਚੱਲਦੇ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਿੰਨਾਂ ਦਿਨਾਂ ਤੋਂ ਇਸ ਇਨਕੁਆਇਰੀ ਨੂੰ ਮੈਂ ਕਰ ਰਹੀ ਹਾਂ ਉਹਨਾਂ ਦਿਨਾਂ ਤੋਂ ਹੀ ਮੈਨੂੰ ਇਹਦੇ
ਸੰਬੰਧੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ। ਮੈਨੂੰ ਥ੍ਰੈਟਸ ਆ ਰਹੇ ਨੇ ਵੀ ਤੁਸੀਂ ਇਹਨੂੰ ਬੰਦ ਕਰ ਦਿਓ, ਇਨਕੁਆਇਰੀ ਨੂੰ, ਤੁਸੀਂ ਇਸ ਤਰ੍ਹਾਂ ਕਰ ਦਿਓ, ਉਸ ਤਰ੍ਹਾਂ ਕਰ ਦਿਓ। ਪਰ ਮੈਂ ਇਸ ਤਰ੍ਹਾਂ ਦੇ ਅਫਸਰਾਂ ਦੇ ਵਿੱਚ ਨਹੀਂ ਆਉਂਦੀ। ਮੈਂ ਸੱਚ ਨੂੰ ਸੱਚ ਕਹਿਣਾ ਚਾਹੁੰਦੀ ਹਾਂ ਅਤੇ ਝੂਠ ਨੂੰ ਝੂਠ ਕਹਿਣਾ ਚਾਹੁੰਦੀ ਹਾਂ। ਸੋ ਇਸ ਦੇ ਚੱਲਦੇ ਹੀ ਜਦੋਂ ਉਹਨਾਂ ਦਾ ਹੋਰ ਕੋਈ ਹੀਲਾ ਵਸੀਲਾ ਨਹੀਂ ਚੱਲਿਆ ਤਾਂ ਉਹ ਇਸ ਚੀਜ਼ ਦੇ ਉੱਤੇ ਆ ਗਏ ਕਿ ਇਹ ਖੁਦ ਇੱਕ ਭ੍ਰਿਸ਼ਟ ਅਫਸਰ ਨੇ। ਇੱਥੇ ਮੈਂ ਖਾਸ ਤੌਰ 'ਤੇ ਮੀਡੀਆ ਰਾਹੀਂ ਇਹ ਅਪੀਲ ਕਰਨਾ ਚਾਹੂੰਗੀ, ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਡਿਪਟੀ CM ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ, ਜੋ ਮੇਰੇ ਪਿਤਾ ਸਮਾਨ ਨੇ, ਮੈਨੂੰ ਸਰ ਬਹੁਤ ਹੀ ਵੱਡਾ ਇੱਕ ਝਟਕਾ ਔਰ ਮੇਬੀ ਇੱਕ ਬੀਇੰਗ ਅ ਲੇਡੀ ਆਫਿਸਰ ਬਹੁਤ ਵੱਡਾ ਇੱਕ ਮਾਨਸਿਕ ਤੌਰ 'ਤੇ ਢਾਹ ਲੱਗੀ ਹੈ ਤੁਹਾਡੇ ਇਹਨਾਂ ਬਿਆਨਾਂ ਤੋਂ। ਕਿਉਂਕਿ ਮੈਂ ਤੁਹਾਡੀ ਸਰਕਾਰ ਦੇ ਵਿੱਚ ਵੀ ਕੰਮ ਕਰ ਚੁੱਕੀ ਹਾਂ, ਜਦੋਂ ਕਿ ਮੈਨੂੰ ਇੰਨੀ ਐਪਰੀਸੀਏਸ਼ਨ ਮਿਲ ਚੁੱਕੀ ਹੈ। ਪੰਜਾਬ ਦਾ ਨਾਮ ਮੈਂ ਗਵਰਨਮੈਂਟ ਆਫ ਇੰਡੀਆ ਲੈਵਲ ਦੇ ਤੱਕ ਵੀ ਰੌਸ਼ਨ ਕੀਤਾ ਹੈ ਆਪਣੇ ਪ੍ਰੋਜੈਕਟਸ ਦੇ ਤਹਿਤ, ਜੋ ਕਿ ਔਨ ਰਿਕਾਰਡ ਹੈ। ਮਾਨਯੋਗ OP ਸੋਨੀ ਜੀ ਵੱਲੋਂ ਮੈਨੂੰ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਮੇਰੇ ਕੰਮਾਂ ਰਾਹੀਂ। ਮੇਰੀ ਸਾਰੀਆਂ ਹੀ ACRs ਮੈਂ ਇੱਥੇ ਦੱਸਣਾ ਚਾਹੂੰਗੀ ਹੁਣ ਤੱਕ ਆਊਟਸਟੈਂਡਿੰਗ ਨੇ ਅਤੇ ਮੈਂ ਆਪਣੇ ਬੈਚ ਦੇ ਵਿੱਚ ਮੈਰਿਟ 'ਤੇ ਪਹਿਲੇ ਨੰਬਰ 'ਤੇ ਹੈਗੀ ਹਾਂ। ਸੋ ਜੇ ਮੇਰਾ ਇਹ ਬੈਕਗਰਾਊਂਡ ਹੈਗਾ ਔਰ ਮੈਂ ਇੰਨੇ ਕੰਮ ਸ਼ਿੱਦਤ ਨਾਲ ਔਰ ਹਾਰਡਵਰਕ ਤਰੀਕੇ ਨਾਲ ਕਰ ਰਹੀ ਹਾਂ, ਅਤੇ ਮੇਰੇ ਉੱਤੇ ਇੱਕ ਤੁਸੀਂ ਬਿਨਾਂ ਫੈਕਟਸ ਨੂੰ ਵੈਰੀਫਾਈ ਕੀਤੇ ਜੇ ਮੈਂ ਕਹਾਂ, ਮੇਰੇ 'ਤੇ ਇਹ ਦੋਸ਼ ਲਗਾਇਆ ਕਿ ਮੇਰੇ ਵਿਜੀਲੈਂਸ ਦੀ ਕੋਈ ਮੇਰੇ 'ਤੇ ਕੇਸ ਦਰਜ ਹੈ। ਅਤੇ ਇੱਥੇ ਮੈਂ ਸਾਰੀ ਜਨਤਾ ਨੂੰ, ਜੋ ਇਹ ਤੁਹਾਡਾ ਚੈਨਲ ਵੀ ਦੇਖ ਰਹੇ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਉੱਤਰ ਬਤੌਰ DDPO ਲੁਧਿਆਣਾ ਨਵਦੀਪ ਕੌਰ ਦੇ ਉੱਤੇ ਕੋਈ ਵੀ ਵਿਜੀਲੈਂਸ ਦੇ ਵਿੱਚ ਕੇਸ ਨਹੀਂ ਚੱਲ ਰਿਹਾ, ਕੋਈ ਪਰਚਾ ਨਹੀਂ ਹੈਗਾ। ਸਿੰਪਲ ਇੱਕ ਸ਼ਿਕਾਇਤ ਚੱਲ ਰਹੀ ਹੈ, ਇਨਕੁਆਇਰੀ ਚੱਲ ਰਹੀ ਹੈ। ਔਰ ਜਦੋਂ ਵੀ ਕਿਸੇ ਇਨਕੁਆਇਰੀ ਦੇ ਦੌਰਾਨ ਕਿਸੇ ਦੀ ਪ੍ਰਮੋਸ਼ਨ ਡਿਊ ਹੋਵੇ, ਕੋਈ ਇੰਕਰੀਮੈਂਟ ਡਿਊ ਹੋਵੇ, ਤਾਂ ਇਹ ਪੰਜਾਬ ਸਿਵਲ ਸਰਵਿਸਿਜ਼ ਰੂਲਸ ਦਾ ਨੋਰਮ ਹੈਗਾ ਕਿ ਉਹ ਰੋਕੀ ਨਹੀਂ ਜਾ ਸਕਦੀ, ਕਿਉਂਕਿ ਹਜੇ ਤੱਕ ਮੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਔਰ ਇਹਦੇ 'ਚ ਮੈਂ ਇੱਕ ਚੀਜ਼ ਹੋਰ ਵੀ ਐਡ ਕਰਨਾ ਚਾਹੂੰਗੀ ਕਿ ਵਿਜੀਲੈਂਸ ਵੱਲੋਂ ਅੱਜ ਤੱਕ ਜੋ 10 ਮਹੀਨੇ ਹੋ ਚੁੱਕੇ ਨੇ ਉਸ ਸ਼ਿਕਾਇਤ ਹੋਈ ਨੂੰ, ਮੈਨੂੰ ਬੁਲਾਇਆ ਨਹੀਂ ਗਿਆ। ਦਿਸ ਇਟਸੈਲਫ ਸ਼ੋਜ਼ ਕਿ ਇਹਦੇ ਵਿੱਚ ਕੁਝ ਇਨਕੁਆਇਰੀ ਦੇ ਵਿੱਚ ਕੋਈ ਇੱਦਾਂ ਦੇ ਹਾਰਡ ਫੈਕਟਸ ਨਹੀਂ ਹੈਗੇ ਕਿ ਮੈਨੂੰ ਇਮੀਡੀਏਟਲੀ ਵਿਜੀਲੈਂਸ ਨੂੰ ਜ਼ਰੂਰੀ ਲੱਗਿਆ ਉਹਨਾਂ ਨੂੰ ਮੈਨੂੰ ਸਮਨ ਕਰਨਾ। ਅਤੇ ਜਦੋਂ ਵੀ ਉਹ ਕਰਨਗੇ, ਮੈਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਲਈ ਓਪਨ ਹਾਂ। ਅਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ RTI ਦੇ ਵਿੱਚ ਇਹ ਇੱਕ ਆਪਣੀ ਜਿਹੜੀ ਇਨਕੁਆਇਰੀ ਗਈ ਹੈਗੀ ਹੈ, ADC ਸਾਹਿਬ ਤੋਂ ਉਹਨਾਂ ਨੇ ਕੁਝ ਫੈਕਟਸ ਮੰਗੇ ਸੀ ਇਸ ਇਨਕੁਆਇਰੀ ਦੇ ਰਿਗਾਰਡਿੰਗ, ਮੈਂ ਇਹ RTI ਦੇ ਵਿੱਚ ਲੈ ਚੁੱਕੀ ਹਾਂ। ਔਰ ਉਹਦੇ ਵਿੱਚ ਉਹਨਾਂ ਨੇ ਮੇਰੀ ਫੇਵਰ ਦੇ ਵਿੱਚ ਲਿਖਿਆ ਹੈਗਾ ਕਿ ਬਤੌਰ BDPO ਪੱਖੋਵਾਲ ਨਵਦੀਪ ਕੌਰ ਦੀ ਇਹ ਡਿਊਟੀ ਬਣਦੀ ਸੀ ਕਿ ਘੁੰਗਰਾਣੇ ਦੀ FD ਦੇ ਵਿੱਚੋਂ ਪੈਸਾ ਜਿਹੜਾ ਹੈਗਾ ਸੰਮਤੀ ਦੇ ਵਿੱਚ ਡਿਪੋਜ਼ਿਟ ਕਰਵਾਇਆ ਜਾਵੇ, ਅਤੇ ਉਹਨੇ ਬਿਲਕੁਲ ਸਹੀ ਕੀਤਾ ਹੈ। ਮੈਮ, ਸਾਬਕਾ ਡਿਪਟੀ CM ਦੀ ਕੀ ਇਹਦੇ ਵਿੱਚ ਇਨਵੋਲਵਮੈਂਟ ਹੈਗੀ ਹੈ? ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ, ਤੁਸੀਂ ਕਹਿ ਰਹੇ ਹੋ, ਭ੍ਰਸ਼ਟ ਕਿਹਾ, ਉਹਨਾਂ ਦੀ ਕੀ ਇਨਵੋਲਵਮੈਂਟ ਹੈਗੀ ਹੈ? ਕਿ ਪੰਚਾਇਤਾਂ ਦੀ ਇਨਕੁਆਇਰੀ ਜਿਹੜੀ ਤੁਸੀਂ ਕਰ ਰਹੇ ਹੋ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਉਹਨਾਂ ਨੇ ਤੁਹਾਨੂੰ ਹੈਂਡਓਵਰ ਕੀਤੀ ਹੈ, ਪਰ ਕਿਤੇ ਨਾ ਕਿਤੇ ਉਹ ਸਰਪੰਚ ਜਿਹੜੇ ਨੇ ਉਹ ਕਿਤੇ ਨਾ ਕਿਤੇ ਸ਼ਿਕੰਜੇ 'ਚ ਨਾ ਆ ਜਾਣ, ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ, ਜਾਂ ਕੀ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ? ਮੈਂ ਇਹਦੇ 'ਤੇ ਬਤੌਰ DDPO ਲੁਧਿਆਣਾ ਕੁਝ ਜ਼ਿਆਦਾ ਕਮੈਂਟ ਨਹੀਂ ਕਰ ਪਾਊਂਗੀ। ਮੈਂ ਸਿਰਫ ਇੰਨਾ ਹੀ ਜਾਣਦੀ ਹਾਂ ਕਿ ਮੈਨੂੰ ਮੇਰੇ ਮੰਤਰੀ ਸਾਹਿਬ ਨੇ ਕੁਝ ਕੰਮ ਦਿੱਤਾ ਹੈਗਾ, ਜਿਹਨੂੰ ਕਿ ਮੈਂ ਪੂਰੀ ਇਮਾਨਦਾਰੀ ਔਰ ਡੈਡੀਕੇਸ਼ਨ ਦੇ ਨਾਲ ਕਰ ਰਹੀ ਹਾਂ। ਪਰ ਕੁਝ ਸ਼ਰਾਰਤੀ ਅਨਸਰ ਨੇ ਜੋ ਇਹ ਨਹੀਂ ਚਾਹੁੰਦੇ ਕਿ ਨਵਦੀਪ ਕੌਰ ਵੱਲੋਂ ਇਹ ਇਨਕੁਆਇਰੀ ਜਿਹੜੀ ਹੈਗੀ ਹੈ ਕਿਸੇ ਸਿਰੇ 'ਤੇ ਲਗਾਈ ਜਾਵੇ। ਮੈਂ ਅਪੀਲ ਵੀ ਕਰੂੰਗੀ ਮੰਤਰੀ ਸਾਹਿਬ ਨੂੰ ਕਿ ਜਿਵੇਂ ਪਹਿਲਾਂ ਉਹਨਾਂ ਨੇ ਮੇਰੇ 'ਤੇ ਫੇਥ ਕਰਕੇ, ਮੇਰੀ ਇਮਾਨਦਾਰੀ 'ਤੇ ਫੇਥ ਕਰਕੇ ਮੈਨੂੰ ਇਹ ਇਨਕੁਆਇਰੀ ਸੌਂਪੀ ਹੈ, ਕਿ ਮੈਨੂੰ ਇਹ ਸਮੇਂਬੱਧ ਤਰੀਕੇ ਦੇ ਵਿੱਚ ਮੈਂ ਨਿਡਰ ਤਰੀਕੇ ਦੇ ਨਾਲ ਹੋ ਕੇ ਇਸ ਇਨਕੁਆਇਰੀ ਨੂੰ ਕੰਪਲੀਟ ਕਰਨਾ ਚਾਹੁੰਦੀ ਹਾਂ। ਅਤੇ ਕਿਸੇ ਵੀ ਸ਼ਰਾਰਤੀ ਅਨਸਰ ਦਾ ਮੇਰੇ 'ਤੇ ਕੋਈ ਜ਼ੋਰ ਚੱਲ ਨਹੀਂ ਰਿਹਾ, ਇਸੇ ਕਰਕੇ ਸ਼ਾਇਦ ਉਹ ਇਸ ਤਰ੍ਹਾਂ ਦੀ ਕੋਝੀਆਂ ਹਰਕਤਾਂ ਦੇ ਵਿੱਚ ਪੈ ਰਹੇ ਨੇ। ਇੱਕ ਗੱਡੀ ਦਾ ਮੈਮ ਜ਼ਿਕਰ ਹੋ ਰਿਹਾ, ਕੁਝ ਗੱਡੀ ਤੁਸੀਂ ਆਪਣੇ ਪੈਸਿਆਂ ਦੇ ਨਾਲ, ਕੋਈ ਸਰਕਾਰੀ ਜਿਹੜੀ ਗੱਡੀ ਸੀ ਕੰਡਮ ਹਾਲਤ ਦੀ, ਉਹ ਤੁਸੀਂ ਖਰੀਦੀ ਹੈ, ਉਹਦਾ ਕੀ ਮਸਲਾ ਹੈਗਾ? ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਉਹ ਕਿਤੇ ਨਾ ਕਿਤੇ ਉਸ ਦੀ ਇਨਵੋਲਵਮੈਂਟ ਕੀ ਹੈਗੀ ਹੈ? ਇਹ ਮੈਂ ਬਤੌਰ ਦੱਸਣਾ ਚਾਹੁੰਦੀ ਹਾਂ, ਮੈਂ ਬਤੌਰ BDPO ਦੁਰਾਹਾ ਇੱਕ ਲੰਬਾ ਸਮਾਂ ਉਸ ਬਲਾਕ ਦੇ ਵਿੱਚ ਰਹੀ ਹੈਗੀ ਹਾਂ। ਉੱਥੇ ਇੱਕ ਸਰਕਾਰੀ ਗੱਡੀ ਸੀ ਜੋ 1993 ਮਾਡਲ ਦੀ ਜਿਪਸੀ ਸੀਗੀ, ਜਿਹੜੀ ਕਿ ਸਰਕਾਰ ਵੱਲੋਂ ਮੇਰੇ ਉੱਥੇ ਜੁਆਇਨ ਕਰਨ ਤੋਂ ਪਹਿਲਾਂ ਹੀ ਕੰਡਮ ਕਰ ਦਿੱਤੀ ਗਈ ਸੀਗੀ, ਅਤੇ ਉਹ ਬੜੀ ਖਸਤਾ ਹਾਲਤ ਦੇ ਵਿੱਚ ਸੀਗੀ। ਸੰਮਤੀ ਵੱਲੋਂ ਇਹ ਡਿਸਾਈਡ ਕੀਤਾ ਗਿਆ ਸੀ, ਪਹਿਲਾਂ ਵੀ ਇੱਕ ਦੋ ਵਾਰੀ ਉਹਦੀ ਕਦੇ ਬੋਲੀ ਹੋਈ ਤਾਂ ਉਹ ਸਿਰੇ ਨਹੀਂ ਚੜੀ ਵੀ ਇਹਨੂੰ ਖਸਤਾ ਹੋ ਰਹੀ ਹੈ ਪਈ ਹੋਈ, ਅਤੇ ਇਹਨੂੰ ਵੇਚ ਕੇ ਕੁਝ ਪੈਸੇ ਜਿਹੜੇ ਹੈਗੇ ਕਮਾਏ ਜਾਣ। ਉਹਨਾਂ ਨੇ ਆਪਣਾ ਪੰਚਾਇਤ ਸੰਮਤੀ ਦਾ, ਮੈਂ ਇੱਥੇ ਦੱਸਣਾ ਚਾਹੁੰਦੀ ਕਿ ਗੱਡੀ ਹੋ ਗਈ ਜਾਂ ਜੋ ਸੰਮਤੀ ਦੀ ਪ੍ਰਾਪਰਟੀ ਹੁੰਦੀ ਹੈ, ਉਹਦੇ ਵਿੱਚ ਉਸ ਸਮੇਂ ਦੀ ਸੰਮਤੀ ਮੈਂਬਰਸ ਅਤੇ ਚੇਅਰਪਰਸਨ ਦਾ ਅਧਿਕਾਰ ਹੁੰਦਾ ਵੀ ਉਹਨਾਂ ਨੇ ਉਹਨੂੰ ਕਿਸ ਤਰ੍ਹਾਂ ਡਿਸਪੋਜ਼ ਆਫ ਕਰਨਾ। ਪੰਚਾਇਤ ਸੰਮਤੀ ਦੁਰਾਹਾ ਨੇ ਇਹ ਮਤਾ ਪਾਇਆ ਕਿ ਅਸੀਂ ਇਹਨੂੰ 35,000 ਦੇ ਵਿੱਚ ਇਹਦੀ ਬੋਲੀ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਬੋਲੀ ਰੱਖੀ, ਸ਼ਾਇਦ ਦੂਜੀ ਤੀਜੀ ਬੋਲੀ ਸੀਗੀ ਉਹਦੇ ਵਿੱਚ, ਪਹਿਲੀ ਬੋਲੀ ਨਹੀਂ ਸੀਗੀ। ਸੋ ਜਦੋਂ ਉੱਥੇ ਕੋਈ ਨਹੀਂ ਗ੍ਰਾਹਕ ਖਰੀਦ ਰਹੇ ਸੀਗੇ ਤਾਂ ਮੇਰਾ ਵੈਸੇ ਵਿਚਾਰ ਆਇਆ ਤਾਂ ਮੈਂ ਖਰੀਦ ਲਿਆ ਉਹਨੂੰ, ਅਤੇ ਮੈਂ ਉਹਨੂੰ 36,100 ਰੁਪਏ ਦੇ ਵਿੱਚ ਖਰੀਦਿਆ, ਔਰ ਆਪਣੇ ਹਸਬੈਂਡ ਦੇ ਨਾਮ 'ਤੇ ਖਰੀਦਿਆ, ਜੋ ਕਿ ਇੱਕ ਸਰਕਾਰੀ ਮੁਲਾਜ਼ਮ ਨੇ, ਔਰ ਉਹ ਲੈ ਸਕਦੇ ਨੇ ਇਹਨੂੰ, ਗੱਡੀ ਆਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਸੀਗੇ। ਔਰ ਮੈਂ ਆਪਣੀ ਸੈਲਰੀ ਅਕਾਊਂਟ ਦੇ ਵਿੱਚੋਂ ਇਹ ਪੈਸੇ ਜਮ੍ਹਾਂ ਕਰਵਾਏ ਆ, ਕਿਉਂਕਿ ਮੇਰੇ ਮਾਈਂਡ ਦੇ ਵਿੱਚ ਕੋਈ ਵੀ ਮੈਲਾਫਾਈਡ ਨਹੀਂ ਸੀਗਾ। ਮੈਂ ਹੋ ਸਕਦਾ ਮੈਂ ਕਿਸੇ ਹੋਰ ਦੇ ਨਾਮ 'ਤੇ ਵੀ ਉਸ ਸਮੇਂ ਲੈ ਸਕਦੀ ਸੀ ਜੇ ਮੈਨੂੰ ਲੱਗਦਾ ਕਿ ਮੈਂ ਗਲਤ ਕੀਤਾ। ਮੈਂ ਕੁਝ ਵੀ ਗਲਤ ਨਹੀਂ ਕੀਤਾ। ਇਹਦੇ ਵਿੱਚ ਮੈਂ ਖਾਸ ਤੌਰ 'ਤੇ ਦੱਸਣਾ ਚਾਹੁੰਦੀ ਹਾਂ ਕਿ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਹੀ ਇਸ ਚੀਜ਼ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਜੋ ਕਿ ਮੇਰੀ ਫੇਵਰ ਦੇ ਵਿੱਚ ਫਾਈਲ ਕੀਤੀ ਜਾ ਚੁੱਕੀ ਹੈ ਮਾਨਯੋਗ ਮੰਤਰੀ ਸਾਹਿਬ ਦੇ ਲੈਵਲ ਦੇ ਉੱਤੇ ਹੀ। ਧਾਰੀਵਾਲ ਸਾਹਿਬ ਉਸ ਟਾਈਮ 'ਤੇ ਸਾਡੇ ਮੰਤਰੀ ਸਾਹਿਬ ਸੀਗੇ, ਉਹ ਫਾਈਲ ਹੋ ਚੁੱਕੀ ਹੈ।
ਇੱਕ ਤੁਸੀਂ ਇਹ ਵੀ ਜ਼ਿਕਰ ਕਰ ਰਹੇ ਸੀ ਕਿ ਇਸ ਦੀ ਇਨਕੁਆਇਰੀ ਜਿਹੜੀ ਹੈ ਸੀਨੀਅਰ ਅਧਿਕਾਰੀ ਕਰ ਲੈਣ। ਤੁਸੀਂ ਆਪ ਵੀ ਸੀਨੀਅਰ ਪੋਸਟ ਤੇ ਬੈਠੇ ਹੋ, ਕੀ ਲੱਗਦਾ ਸਰਕਾਰ ਨੇ ਤੁਹਾਨੂੰ ਇਨਕੁਆਇਰੀ ਹੈਂਡਓਵਰ ਕੀਤੀ ਹੈ, ਪਰ ਦੂਸਰੇ ਪਾਸੇ ਅਜਿਹੀ ਇਲਜ਼ਾਮਬਾਜ਼ੀ ਹੋਣਾ, ਅਜਿਹੇ ਆਰੋਪ ਲੱਗਣੇ ਕਿ ਤੁਸੀਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ, ਤਾਂ ਕਿਤੇ ਨਾ ਕਿਤੇ ਸਾਬਕਾ ਡਿਪਟੀ ਸੀਐਮ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਹੈ, ਪਰ ਉਹਨਾਂ ਨੇ ਤੁਹਾਨੂੰ ਇਨਕੁਆਇਰੀ ਹੈਂਡਓਵਰ ਕੀਤੀ ਹੈ। ਕੀ ਲੱਗਦਾ ਇਸ ਦੇ ਵਿੱਚ ਕੁਝ ਵੱਡੇ ਖੁਲਾਸੇ ਹੋ ਸਕਦੇ ਨੇ? ਜੇ ਇਹ ਇਨਕੁਆਇਰੀ ਵਧੀਆ ਤਰੀਕੇ ਦੇ ਨਾਲ ਫੇਅਰ ਐਂਡ ਟਰਾਂਸਪੇਰੈਂਟ ਤਰੀਕੇ ਦੇ ਨਾਲ ਮੁਕੰਮਲ ਹੋ ਜਾਂਦੀ ਹੈ ਤਾਂ ਯਕੀਨਨ ਇਹਦੇ ਵਿੱਚ ਕੁਝ ਵੱਡੇ ਖੁਲਾਸੇ ਜ਼ਰੂਰ ਹੋਣਗੇ, ਤਾਂ ਹੀ ਸ਼ਾਇਦ ਇੰਨਾ ਜ਼ੋਰ ਲੱਗ ਰਿਹਾ ਹੈਗਾ ਕਿ ਇਨਕੁਆਇਰੀ ਕਿਸੇ ਸਿਰੇ ਨਾ ਲੱਗੇ। ਕੀ ਲੱਗਦਾ ਜੀ, ਇੱਕ 100 ਕਰੋੜ ਰੁਪਏ ਦਾ ਕਰੀਬ ਦੱਸਿਆ ਜਾ ਰਿਹਾ ਹੈ ਕਿ 100 ਕਰੋੜ ਰੁਪਏ ਦਾ ਇਸ ਦੇ ਵਿੱਚ ਗਬਨ ਹੋਇਆ। ਕੀ ਲੱਗਦਾ ਹੈ ਕਿ ਉਹ 100 ਕਰੋੜ ਦਾ ਜਿਹੜਾ ਗਬਨ ਆ ਉਸ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਸ ਦੇ ਬਾਰੇ ਵੀ ਥੋੜ੍ਹਾ ਜ਼ਿਕਰ ਕਰੋਗੇ ਕਿ ਕਿਵੇਂ ਮਤਲਬ ਜਿਹੜਾ ਪੈਸਾ ਆਪਾਂ ਅੱਗੇ ਲਗਾ ਸਕਦੇ? ਦੇਖੋ, ਜੋ ਪੰਚਾਇਤਾਂ ਨੇ ਸਾਡੇ ਡਿਪਾਰਟਮੈਂਟ ਵੱਲੋਂ ਇੰਸਟਰਕਸ਼ਨਸ ਹੁੰਦੀਆਂ ਨੇ ਕਿ ਜਦੋਂ ਵੀ ਤੁਸੀਂ ਕੋਈ ਪੈਸਾ ਖਰਚਣਾ ਹੈ ਤੁਸੀਂ ਉਹਦੀ ਪਹਿਲਾਂ ਪ੍ਰਬੰਧਕੀ ਪ੍ਰਵਾਨਗੀ ਲੈਣੀ ਹੈ, ਫਿਰ ਤੁਸੀਂ ਉਹਦੀ ਤਕਨੀਕੀ ਪ੍ਰਵਾਨਗੀ ਲੈਣੀ ਹੈ ਤੇ ਉਹਨੂੰ ਇੱਕ ਪ੍ਰੋਸੈਸ ਦੇ ਵਿੱਚ ਖਰਚਣਾ ਹੈਗਾ। ਜੋ ਸਾਡੇ ਧਿਆਨ 'ਚ ਆਇਆ ਉਹ ਇਹ ਹੈ ਕਿ ਜਦੋਂ ਇੱਥੇ ਵੱਡੀ ਅਮਾਊਂਟ ਦੇ ਵਿੱਚ ਪੈਸਾ ਆਇਆ, ਮੰਨ ਲਓ 50 ਕਰੋੜ 60 ਕਰੋੜ ਆਇਆ, 70 ਕਰੋੜ ਆਇਆ, ਤਾਂ ਉਹਨੂੰ ਇਮੀਡੀਏਟਲੀ 5 ਤੋਂ 10 ਬੈਂਕਾਂ ਦੇ ਵਿੱਚ ਪਹਿਲਾਂ ਤਾਂ ਖਿੰਡਾ ਦਿੱਤਾ ਗਿਆ। ਜਦੋਂ ਕਿ ਰੈਸ਼ਨੈਲਿਟੀ ਇਹ ਕਹਿੰਦੀ ਆਪਣੇ ਘਰ ਜੇ ਆਪਣੇ ਕੋਲ 2 ਲੱਖ ਵੀ ਜੁੜ ਜਾਂਦਾ ਆਪਾਂ ਉਹਦੀ ਤੁਰੰਤ FD ਕਰਾਉਂਦੇ ਹਾਂ। ਰੈਸ਼ਨੈਲਿਟੀ ਇਹ ਕਹਿੰਦੀ ਹੈ ਕਿ FD ਹੋਣੀ ਚਾਹੀਦੀ ਸੀ ਤੇ ਸਰਕਾਰ ਦੀ ਹਦਾਇਤਾਂ ਵੀ ਲੇਟਰ ਔਨ ਆਈਆਂ ਸੀ ਕਿ FD ਹੀ ਕਰਾਉਣੀ ਹੈ ਤੁਸੀਂ, ਤਾਂ ਪਹਿਲਾਂ ਉਹਨੂੰ ਨਹੀਂ ਕਰਾਈਆਂ ਗਈਆਂ, FDਆਂ ਨਹੀਂ ਕਰਾਈਆਂ ਗਈਆਂ। ਉਹਦੇ ਵਿਆਜ ਨੂੰ ਬਿਨਾਂ ਕਿਸੇ ਪ੍ਰਬੰਧਕੀ ਪ੍ਰਵਾਨਗੀ ਦੇ, ਬਿਨਾਂ ਕਿਸੇ ਤਕਨੀਕੀ ਪ੍ਰਵਾਨਗੀ ਦੇ, ਲਗਭਗ, ਮੈਂ ਨਹੀਂ ਕਹਿ ਰਹੀ ਕਿ ਸਾਰਿਆਂ ਦਾ 100% ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਕੋਲ ਸਾਰਾ ਰਿਕਾਰਡ ਨਹੀਂ ਆਇਆ, ਪਰ ਜਿੰਨਾ ਕੁ ਰਿਕਾਰਡ ਆਇਆ ਤਾਂ ਮੈਜੋਰਿਟੀ ਕੰਮਾਂ ਦੇ ਵਿੱਚ, ਮੈਂ ਅਗੇਨ ਕਹੂੰਗੀ ਮੈਜੋਰਿਟੀ ਕੰਮਾਂ ਦੇ ਵਿੱਚ ਬਿਨਾਂ ਪ੍ਰਬੰਧਕੀ ਪ੍ਰਵਾਨਗੀ, ਬਿਨਾਂ ਤਕਨੀਕੀ ਪ੍ਰਵਾਨਗੀ, ਬਿਨਾਂ ਕਿਸੇ ਪਰਮਿਸ਼ਨ ਦੇ ਇਸ ਖਰਚੇ ਨੂੰ ਕੀਤਾ ਗਿਆ ਹੈਗਾ, ਜਿਹੜਾ ਕਿ ਜੇ ਮੈਂ ਕਾਗਜ਼ੀ ਤੌਰ 'ਤੇ ਗੱਲ ਕਰਾਂ ਤਾਂ ਉਹ ਗਬਨ ਕਹਿਲਾਂਦਾ ਹੈਗਾ, ਜਦੋਂ ਤੁਸੀਂ ਬਿਨਾਂ ਪ੍ਰਵਾਨਗੀ ਦੇ ਸਰਕਾਰੀ ਪੈਸੇ ਨੂੰ ਇਸ ਤਰ੍ਹਾਂ ਖਰਚਦੇ ਹੈਗੇ ਹੋ। ਸੋ ਇਸ ਕਰਕੇ ਇਹਦੀ ਇਨਕੁਆਇਰੀ ਹੋਣਾ ਬਹੁਤ ਜ਼ਰੂਰੀ ਹੈ। ਹੋ ਸਕਦਾ ਕੁਝ ਪੰਚਾਇਤਾਂ ਇੱਦਾਂ ਦੇ ਨਿਕਲੇ ਆਉਣ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੋਣ ਅਤੇ ਸਾਨੂੰ ਖੁਸ਼ੀ ਹੋਏਗੀ ਉਹਨਾਂ ਨੂੰ ਸਹੀ ਕਹਿਣ ਦੀ, ਪਰ ਜਿਹੜੀਆਂ ਗਲਤ ਨੇ ਜੇ ਉਹ ਆਪਣਾ ਜ਼ੋਰ ਇਸ ਤਰੀਕੇ ਨਾਲ ਚਲਾ ਕੇ ਇਸ ਇਨਕੁਆਇਰੀ ਨੂੰ ਸਨੱਬ ਕਰਨਗੀਆਂ, ਇਸ ਤਰ੍ਹਾਂ ਬੰਦ ਕਰਨਗੀਆਂ, ਤਾਂ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦੀ ਹਾਂ ਤਾਂ ਇਹ ਤਾਂ ਇੱਕ ਬਲੋਕ ਦੀ ਗੱਲ ਹੈ, ਮੇਰੇ ਕੋਲ 13 ਬਲੋਕ ਨੇ, ਹੋ ਸਕਦਾ ਬਾਕੀ ਬਲੋਕਾਂ ਦੇ ਵਿੱਚ ਵੀ ਐਕੁਜੀਸ਼ਨ ਦਾ ਪੈਸਾ ਆਇਆ ਹੋਵੇ ਤਾਂ ਇਸ ਤਰ੍ਹਾਂ ਖੁਰਦ-ਬੁਰਦ ਹੋਇਆ ਹੋਵੇ। ਇੱਥੇ ਮੈਂ ਸਾਡੇ ਬਹੁਤ ਹੀ ਮਾਣਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਸਾਡੇ CM ਪੰਜਾਬ ਨੇ, ਮੈਂ ਉਹਨਾਂ ਦਾ ਧੰਨਵਾਦ ਵੀ ਕਰੂੰਗੀ ਕਿ ਉਹ ਵਾਕਈ ਹੀ ਸੱਚਾਈ ਦੇ ਨਾਲ ਖੜ੍ਹ ਰਹੇ ਨੇ ਅਤੇ ਉਹਨਾਂ ਨੇ ਮੇਰੀ ਇਮਾਨਦਾਰੀ ਨੂੰ ਦੇਖਦੇ ਹੋਏ ਮੇਰੇ ਤੋਂ ਬਤੌਰ DDPO ਲੁਧਿਆਣਾ ਇਸ ਇਨਕੁਆਇਰੀ ਦੇ ਵਿੱਚ ਫੈਕਟਸ ਮੰਗੇ ਨੇ। ਅਤੇ ਮੈਨੂੰ ਸਰ ਕਾਈਂਡਲੀ ਮੈਂ ਅਪੀਲ ਕਰੂੰਗੀ, ਮੈਨੂੰ ਤੁਸੀਂ ਮੌਕਾ ਦਿਓ, ਮੈਂ ਤੁਹਾਡੇ ਸਾਹਮਣੇ ਸਾਰਾ ਸੱਚ ਅਤੇ ਝੂਠ ਜਿਹੜਾ ਹੈਗਾ ਉਸ ਇਨਕੁਆਇਰੀ ਰਿਪੋਰਟ ਦੇ ਚੱਲਦੇ ਕਰੂੰਗੀ। ਜਿੱਥੇ ਤੱਕ ਮੇਰੇ ਉੱਤੇ ਵਿਜੀਲੈਂਸ ਦੇ ਜਿਹੜੇ ਗਲਤ ਇਲਜ਼ਾਮ ਲੱਗ ਰਹੇ ਨੇ ਉਹ ਵੀ ਮੈਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਲਈ ਓਪਨ ਹੈਗੀ ਹਾਂ। ਇਹ ਬਿਲਕੁਲ ਬੁਨਿਆਦ ਜਿਹੜੇ ਇਲਜ਼ਾਮ ਨੇ, ਮੇਰੇ ਉੱਪਰ ਕੋਈ ਵੀ ਪਰਚਾ ਨਾ ਹੀ ਕੋਈ ਕੇਸ ਦਰਜ ਹੈ। ਇਹ ਜਾਣ ਬੁੱਝ ਕੇ ਮੇਰੀ ਇਮੇਜ ਨੂੰ ਖਰਾਬ ਕੀਤਾ ਜਾ ਰਿਹਾ, ਜਿਸ ਨੂੰ ਕਿ ਮੈਂ ਇੱਕ ਮਾਨਹਾਨੀ ਦੇ ਤੌਰ 'ਤੇ ਲਊਂਗੀ। ਬਤੌਰ ਲੇਡੀ ਆਫੀਸਰ ਇਸ ਚੀਜ਼ ਨੇ ਮੈਨੂੰ ਮਾਨਸਿਕ ਤੌਰ 'ਤੇ ਬਹੁਤ ਢਾਹ ਲਗਾਈ ਹੈ ਔਰ ਇਸ ਨੂੰ ਕਾਈਂਡਲੀ ਦੇਖਿਆ ਜਾਵੇ। ਕਿਹਨਾਂ 'ਤੇ ਤੁਸੀਂ ਮਾਨਹਾਨੀ ਦਾ ਦਾਅਵਾ ਕਰਨ ਜਾ ਰਹੇ ਹੋ? ਦੇਖੋ, ਸਾਡੇ ਬਹੁਤ ਹੀ ਮਾਨਯੋਗ ਡਿਪਟੀ CM ਸਾਹਿਬ ਨੇ, ਉਹਨਾਂ ਦਾ ਅਹੁਦਾ ਬਹੁਤ ਵੱਡਾ ਹੈ, ਉਹ ਕੁਝ ਵੀ ਕਹਿਣਗੇ ਜਨਤਾ ਉਸ ਚੀਜ਼ ਨੂੰ ਸੁਣਦੀ ਹੈ। ਅਤੇ ਮੈਂ ਸਰ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਸਰ ਜਿਨ੍ਹਾਂ ਨੇ ਵੀ ਤੁਹਾਡੇ ਤੱਕ ਇਹ ਫੈਕਟਸ ਪਹੁੰਚਾਏ ਨੇ, ਕਾਈਂਡਲੀ ਤੁਸੀਂ ਉਹਨਾਂ ਨੂੰ ਦੁਬਾਰਾ ਬੁਲਾਓ, ਉਹਨਾਂ ਬੰਦਿਆਂ ਨੂੰ ਆਪਣੇ ਕੋਲ, ਅਤੇ ਉਹਨਾਂ ਲਈ ਤਾੜਨਾ ਕਰੋ ਕਿ ਉਹਨਾਂ ਨੇ ਤੁਹਾਨੂੰ ਮਿਸਲੀਡ ਕਰਕੇ, ਤੁਹਾਨੂੰ ਵਰਤ ਕੇ ਕਿਉਂ ਇਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਤੁਹਾਨੂੰ ਮਿਸਲੀਡ ਕੀਤਾ। ਤੁਸੀਂ ਇੱਕ CM ਮਾਨ ਦਾ ਜ਼ਿਕਰ ਕੀਤਾ, ਉਹਨਾਂ ਦੇ ਨਾਲ ਮੁਲਾਕਾਤ ਕਰੋਗੇ ਇਹਨਾਂ ਫੈਕਟਸ ਨੂੰ ਲੈ ਕੇ ਕਿ CM ਮਾਨ ਤੱਕ ਇਹ ਗੱਲ ਜਿਹੜੀ ਪਹੁੰਚਾਈ ਜਾਵੇ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਹੀ ਤਰੀਕੇ ਨਾਲ ਪਾਰਦਰਸ਼ਿਤਾ ਨਾਲ ਤੁਸੀਂ ਕੰਮ ਕਰ ਰਹੇ ਹੋ, ਕਿ ਉਹਨਾਂ ਦੇ ਨਾਲ ਮੁਲਾਕਾਤ ਹੋਵੇ, ਕਿ ਸੀਨੀਅਰ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ? ਮੈਂ ਇੱਥੇ ਦੱਸਣਾ ਚਾਹੂੰਗੀ, ਪਿਛਲੇ 2 ਦਿਨ ਪਹਿਲਾਂ ਮੈਨੂੰ ਮੌਕਾ ਮਿਲਿਆ ਸੀਗਾ, ਇੱਥੇ CM ਸਾਹਿਬ ਦੀ ਵਿਜ਼ਿਟ ਸੀਗੀ, ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜੋ CM ਦਿੱਲੀ ਤੋਂ ਹੈਗੇ ਨੇ, ਉਹਨਾਂ ਦੀ ਵਿਜ਼ਿਟ ਸੀ ਅਤੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਕਿਉਂਕਿ ਮੇਰੀ ਉੱਥੇ ਡਿਊਟੀ ਲੱਗੀ ਹੋਈ ਸੀ। ਉਸ ਦਿਨ ਤੋਂ ਹੀ ਮੈਂ ਕਾਫੀ ਇੰਪਰੈਸ ਸੀ ਉਹਨਾਂ ਦੇ, ਜੋ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਦੇ ਵਿਕਾਸ ਦੀ ਗੱਲ ਵੀ ਕਰ ਰਹੇ ਨੇ। ਤਾਂ ਮੈਂ ਤੁਹਾਡੇ ਚੈਨਲ ਰਾਹੀਂ ਇਹ ਰਿਕੁਐਸਟ ਔਰ ਅਪੀਲ CM ਮਾਨ ਸਾਹਿਬ ਨੂੰ ਵੀ ਕਰਨਾ ਚਾਹੁੰਦੀ ਹਾਂ ਕਿ ਸਰ ਤੁਸੀਂ ਮੈਨੂੰ ਆਪਣੇ ਕੀਮਤੀ ਟਾਈਮ ਦੇ ਵਿੱਚੋਂ, ਜ਼ਿਆਦਾ ਨਹੀਂ ਮੈਂ ਮੰਗਦੀ, ਮੈਨੂੰ 10 ਮਿੰਟ ਦਿਓ, ਮੈਂ ਜਿਹੜੇ ਫੈਕਟਸ ਨੇ ਤੁਹਾਡੇ ਸਾਹਮਣੇ ਪੇਸ਼ ਕਰੂੰਗੀ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਕਿਸ ਤਰ੍ਹਾਂ ਇੱਕ ਸਿੰਪਲ ਕਾਗਜ਼ ਦੇ ਉੱਤੇ ਕੋਈ ਵੀ ਬੰਦਾ ਕੁਝ ਵੀ ਦੋਸ਼ ਲਿਖ ਕੇ ਇੱਕ ਲੇਡੀ ਆਫੀਸਰ ਦਾ ਇਸ ਤਰ੍ਹਾਂ ਦੇ ਨਾਲ, ਮੈਂ ਕਿਤੇ ਨਾ ਕਿਤੇ ਕਹੂੰਗੀ ਵੀ ਮਤਲਬ ਉਹਦਾ ਬਿਲਕੁਲ ਹੀ ਉਹਦਾ ਚੰਗੇ ਕੀਤੇ ਹੋਏ ਕੰਮਾਂ ਦੇ ਉੱਤੇ ਮਿੱਟੀ ਪਾ ਸਕਦਾ ਜਾਂ ਉਹਦਾ ਨਾਮ ਖਰਾਬ ਕਰ ਸਕਦਾ। ਤਾਂ ਪਲੀਜ਼ ਤੁਸੀਂ ਮੈਨੂੰ ਟਾਈਮ ਦਿਓ, ਮੈਂ ਤੁਹਾਡੇ ਸਾਰੇ ਸਾਹਮਣੇ ਸਾਰੇ ਫੈਕਟਸ ਰੱਖਣਾ ਚਾਹੁੰਦੀ ਹਾਂ। ਤੁਸੀਂ ਜਿਸ ਤਰ੍ਹਾਂ ਦੀ ਵੀ ਇਨਕੁਆਇਰੀ ਯੋਗ ਸਮਝਦੇ ਹੋ ਤੁਸੀਂ ਮੇਰੀ ਕਰੋ, ਆਈ ਐਮ ਓਪਨ ਟੂ ਆਲ ਇਨਕੁਆਇਰੀਜ਼, ਬਟ ਇਸ ਤਰੀਕੇ ਦੇ ਨਾਲ ਜੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਲੱਗਦਾ ਕਿ ਉਹ ਮੈਨੂੰ ਸਨੱਬ ਕਰ ਸਕਦੇ ਨੇ ਜਾਂ ਮੇਰੀ ਆਵਾਜ਼ ਨੂੰ ਦਬਾ ਸਕਦੇ ਤਾਂ ਮੈਂ ਕਦੇ ਵੀ ਨਹੀਂ ਹੋਣ ਦਊਂਗੀ।
ਸੋ ਸਾਫ਼ ਤੌਰ ਤੇ ਮੈਡਮ ਨਵਦੀਪ ਕੌਰ ਜਿਨ੍ਹਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਔਰ ਜੋ ਗਬਨ ਹੋਇਆ ਹੈ, ਜੋ ਘਪਲਾ ਦੀ ਇਨਕੁਆਇਰੀ ਇਹਨਾਂ ਦੇ ਕੋਲ ਪਹੁੰਚੀ ਹੈ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਇੱਕ ਤੱਥ ਉਹਨਾਂ ਦੇ ਕੋਲ ਹੈ, ਇਸ ਦੇ ਵਿੱਚ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਨੇ। ਤਾਂ ਕਿਤੇ ਨਾ ਕਿਤੇ ਜੋ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਮਾਨ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਜਿਹੜੇ ਪਲੰਦੇ ਨੂੰ ਜਿਹੜੀ ਰਿਪੋਰਟਸ ਬਣੀ ਆ ਉਸ ਨੂੰ ਜਿਹੜੀ ਹੈ ਜਾਂਚਣ ਦੀ ਉਹਨਾਂ ਨੇ ਗੱਲ ਕਹੀ ਹੈ ਕਿ ਇਸ ਨੂੰ ਜਾਂਚਿਆ ਜਾਵੇ, ਉਸ ਤੋਂ ਬਾਅਦ ਜੋ ਰਿਪੋਰਟ ਆਵੇਗੀ ਉਸ ਦੇ ਵਿੱਚ ਸਾਰਾ ਸੱਚ ਸਾਹਮਣੇ ਆ ਜਾਵੇਗਾ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਗਲੋਬਲ ਪੰਜਾਬ ਟੀਵੀ।